ਕਿਹਾ ਜਾਂਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮਹਿਮਾ ਹੀ ਪੈਂਦੀਆਂ ਨੇ। ਬਿਲਕੁਲ ਪਹਾੜ ਮੁਸੀਬਤਾਂ ਦੇ ਆਈਆਂ ਸਾਡੀਆਂ ਪੀੜੀਆਂ ਸਹਿੰਦੀਆਂ ਨੇ। ਅਸੀਂ ਜੂਝਦੇ ਜ਼ੁਲਮ ਨਾਲ ਸਦਾ ਆਏ, ਤਾਈਓ ਗਰਮ ਤਬੀਅਤਾਂ ਰਹਿੰਦੀਆਂ ਨੇ। ਸਾਨੂੰ ਚੜੀਆਂ ਸ਼ਹਾਦਤ ਖਮਾਰੀਆਂ ਜੋ ਚੜ ਕੇ ਸੂਲੀ ਤੇ ਵੀ ਨਾ ਲੈਂਦੀਆਂ ਨੇ। ਚੜ ਕੇ ਸੂਲੀ ਤੇ ਵੀ ਨਾ ਲੈਂਦੀਆਂ ਨੇ। ਨਾਲ ਮੰਤਰਾਂ ਨਹੀਂ ਮਸਾਲ ਬਲਦੀ, ਤੇਲ ਮੁੱਕੇ ਤੋਂ ਦੀਵਾ ਹੋ ਗੋਲਾ ਜਾਵੇ। ਲੱਖ ਯਤਨ ਕਰੀਏ ਪਰ ਨਾ ਪਵੇ ਭਾਂਡੇ, ਜਿਹੜਾ ਦੁੱਧ ਦਰਿਆ ਵਿੱਚ ਡੁੱਲ ਜਾਵੇ। ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਇਤਫਾਕ ਦੀ ਖੁੱਲ ਜਾਵੇ। ਪਾਰ ਸਮਿਟ ਜਾਂਦੀ ਹਰਫ ਗਲਤ ਵਾਂਗੂ, ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਜਦ ਵੀ ਧਰਮਾਂ ਦਾ ਕੀਤੇ ਵਿਰੋਧ ਹੋਇਆ, ਜਾਨਾਂ ਹੱਸ ਕੇ ਵਾਰੀਆਂ ਖਾਲਸੇ ਨੇ। ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਜੀ ਉਡਾਰੀਆਂ ਖਾਲਸੇ ਨੇ। ਸਿਦਕ ਸਬਰ ਤੇ ਅਣਖ ਦੀ ਲੈ ਗੁਣਤੀ, ਦੇਹਾਂ ਫੇਰ ਹੀ ਧਾਰੀਆਂ ਖਾਲਸੇ ਨੇ। ਮੌਤ ਖਾਲਸੇ ਤੋਂ ਜੀਵਨ ਮੰਗਦੀ ਏ, ਤੇਗਾਂ ਮੌਤ ਨੂੰ ਮਾਰੀਆਂ ਖਾਲਸੇ ਨੇ। ਜਦ ਵੀ ਧਰਮਾਂ ਦਾ ਕੀਤੇ ਵਿਰੋਧ ਹੋਇਆ, ਜਾਨਾਂ ਹੱਸ ਕੇ ਵਾਰੀਆਂ ਖਾਲਸੇ ਨੇ। ਗੁਰੂ ਗ੍ਰੰਥ ਤੇ ਪੰਥ ਦੀ ਸ਼ਾਨ ਬਦਲੇ, ਲਾਈਆਂ ਅਰਜੀ ਉਡਾਰੀਆਂ ਖਾਲਸੇ ਨੇ। ਸਿਦਕ ਸਬਰ ਤੇ ਅਣਖ ਦੀ ਲੈ ਗੁਣਤੀ, ਦੇਹਾਂ ਫੇਰ ਹੀ ਧਾਰੀਆਂ ਖਾਲਸੇ ਨੇ। ਮੌਤ ਖਾਲਸੇ ਤੋਂ ਜੀਵਨ ਮੰਗਦੀ ਏ, ਤੇਗਾਂ ਮੌਤ ਨੂੰ ਮਾਰੀਆਂ ਖਾਲਸੇ ਨੇ। ਜੋਗੀਆਂ ਦਾ ਮਰਦਾਂ ਵਾਂਗ ਮਰਨਾ, ਵਾਂਗ ਮਰਨਾ ਓ ਸਿੰਘੋ ਵਾਂਗ ਮਰਨਾ। ਮੁੱਢੋਂ ਰਿਹਾ ਨਿਸ਼ਾਨਾ ਹੈ ਖਾਲਸੇ ਦਾ, ਚੜ੍ਹਦੀ ਕਲਾ ਸਰਬੱਤ ਦੇ ਭਲੇ ਵਾਲਾ। ਉੱਚਾ ਸੁੱਚਾ ਤਰਾਨਾ ਹੈ ਖਾਲਸੇ ਦਾ। ਸੀਸ ਤਲੀ ਤਰ ਯਾਰ ਦੀ ਗਲੀ ਜਾਣਾ, ਰੱਬੀ ਰੂਪ ਦੀਵਾਨਾ ਹੈ ਖਾਲਸੇ ਦਾ। ਜਿਹਦੀ ਛਿੱਡ ਪੀ ਕੇ ਚਿੜੀਆਂ ਬਾਜ ਮਾਰੇ, ਅੰਮ੍ਰਿਤਮਈ ਖਜ਼ਾਨਾ ਹੈ ਖਾਲਸੇ ਦਾ। ਰਹਿਣਾ ਨੀਰਾ ਸਿੱਖਿਆ ਨਹੀਂ, ਲੜੇ ਖਾਲਸਾ ਤੇਗ ਦੀ ਧਾਰ ਬਣ ਕੇ। ਇਹਨੂੰ ਪਿਤਾ ਦਸ਼ਮੇਸ਼ ਨੇ ਸਾਜਿਆ ਏ, ਲੜੇ ਖਾਲਸਾ ਜੀਤ ਜੁਝਾਰ ਬਣ ਕੇ। ਸੁੱਚਾ ਫੁੱਲ ਗੁਲਾਬ ਦਾ ਮਿੱਤਰਾਂ ਲਈ, ਵੱਜੇ ਵੈਰੀਆਂ ਨੂੰ ਉਹ ਤਿੱਖਾ ਖਾਰ ਬਣ ਕੇ। ਸਵਾ ਲੱਖ ਨਾਲ ਖਾਲਸਾ ਲੜੇ ਕੱਲਾ, ਲੜੇ ਕੱਲਾ ਜੀ ਲੜੇ ਕੱਲਾ। ਗੱਜੇ ਜੰਗ ਵਿੱਚ ਸ਼ਾਹ ਸਵਾਰ ਬਣ ਕੇ। ਜਰਖੜੀ ਆਰਿਆਂ ਚੀਰ ਛੱਡੇ, ਚੀਰ ਛੱਡੇ ਓ ਸਿੰਘੋ ਚੀਰ ਛੱਡੇ। ਬੰਦ ਬੰਦ ਕਟਵਾਏ ਤਾਂ ਖਾਲਸੇ ਨੇ, ਇੱਟਾਂ ਹੱਡੀਆਂ ਮੇਜ ਦਾ ਲਾਗਾਰਾ। ਕੌਮੀ ਮਹਿਲ ਬਣਾਏ ਤਾਂ ਖਾਲਸੇ ਨੇ। ਸ਼ਾਨ ਖਾਲਸਾ ਦੀ ਉੱਚੀ ਜਗ ਨਾ
ਖਾਲਸੇ ਨੇ ਧਰਤੀ ਕੰਬੀ ਅਸਮਾਨ ਵੀ ਡੋਲ ਗਿਆ ਅਟਕ ਜਹੇ ਟਕਾਏ ਤਾਂ ਖਾਲਸੇ ਨੇ ਹਾਲੇ ਵੀ ਸਿੰਘਾਂ ਦੀ ਤੇਗ ਅੰਦਰ ਅਣਖੀ ਅਜੇ ਵੀ ਖੰਡਾ ਹੈ ਖਾਲਸੇ ਦਾ ਧਰਤੀ ਪੂਜਦੀ ਅਰਸ਼ ਵੀ ਕਰੇ ਸਜਦਾ ਉੱਚਾ ਝੁੱਲਦਾ ਝੰਡਾ ਹੈ ਖਾਲਸੇ ਦਾ ਜਿੱਥੇ ਸੱਚ ਤੇ ਝੂਠ ਦੀ ਪਰਖ ਹੁੰਦੀ ਪੂਰਾ ਤੋਲ ਦਾ ਕੰਡਾ ਹੈ ਖਾਲਸੇ ਦਾ ਜਿੱਥੋਂ ਸਾਰੀ ਸੰਗਤ ਨੂੰ ਮਿਲੇ ਚਾਨਣ ਉੱਚਾ ਝੁੱਲਦਾ ਝੰਡਾ ਹੈ ਖਾਲਸੇ ਦਾ ਉੱਚਾ ਝੁੱਲਦਾ ਝੰਡਾ ਹੈ ਖਾਲਸੇ ਦਾ पतत पावन भगत वशल सरवरे कायनात साहिब श्री गुरु ग्रंथ साहिब महाराज जी की पावन पवित्र छत्र छाया हेठ 1984 ਦੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਆਰੰਭੀ ਹੋਈ ਪ੍ਰੋਗਰਾਮਾਂ ਦੀ ਲੜੀ ਦੇ ਅਧੀਨ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਸਾਹਿਬ ਵਿਖੇ ਬੜੇ ਅਦਬ ਸਤਿਕਾਰ ਨਾਲ ਸੰਗਤ ਦੇ ਰੂਪ ਵਿੱਚ ਜੁੜ ਕੇ ਅਤੇ ਚੈਨਲ ਪੰਜਾਬੀ ਦੇ ਮਾਧਿਅਮ ਰਾਹੀਂ ਦੂਰ ਦਰੇਡੇ ਬੈਠਿਆਂ ਹੋਇਆਂ ਵੀ ਸੁਰਤ ਰਾਹੀਂ ਇਸ ਪ੍ਰੋਗਰਾਮ ਦਾ ਲਾਹਾ ਲੈ ਰਹੇ ਸਤਿਕਾਰਯੋਗ ਖਾਲਸਾ ਜੀਓ आओ सब तो पहला बुलाइए फतेह गुरु कलगीधर पातशाह महाराज जी दी। जितने भी माई भाई बैठे हो कृपा करो सतगुरां नूं सीस झुकाओ और अपने मखार बिंद तो गजाओ जी। वाहिगुरु जी का खालसा वाहिगुरु जी की फतेह। साडे तो पहला आप जी सरवण कर रहे सी ज्ञानी दिलबाग सिंह जी दिल्ली वालियां नूं और गुरु के शब्द की व्याख्या दे नाल नाल उन्हां साहिब श्री गुरु गोबिंद सिंह महाराज जी दे ओ परोपकार जिहड़े उन्हां अपने देश की वतन भूमि उत्ते अपनी कौम उत्ते कीते और अणख नाल तुरन दी अणख नाल जीवन की जाच सिखाई। किस तरह बलवान होना और किस तरह मर्दां वांगू शान नाल जीवना इस संसार ते सिखाया। वो व्याख्या आप जी श्रवण कर रहे सी। सरदार शब्द अरबां विच कबीलियां विच वरतिया जांदा सी। केवल दस्तार बन्नण दा हक उस मुखी नूं हुंदा सी। सतगुरां ने बख्शिया कीतियां पूरे ब्रह्मंड ते वसन वाली दुनिया दा तू सरदार है, क्योंकि तेरे सिर ते कलगीधर पातशाह महाराज जी ने दस्तार रखी हुई है। केवल शक्ल करके ही नहीं, रहनी करके और कहनी करके करनी करके संसार तेरा लोहा मनदा रहेगा, पर जदों तक तू अपने गुरु महाराज जी के उपदेशों नाल जुड़िया रहेगा। और भाई साहब जी ने बड़ी कमाल की गल की कि सतगुरां ने किन्ना अध्ययन किया। कली तेग की सांझ पवाई नाल जिन्ना भी उस वक्त महाराज जी नूं पढ़न वास्ते घोखण वास्ते स्टडी करने वास्ते साहित धार्मिक इतिहास मिलिया वो सारा पढ़िया, ताकि कोई गल ऐसी ना रह जाए जिहड़ी सिख कौम दे जहन विच ना पवे। जिथे साडे देश दा साहित उत्थे फरदौसी वर्गियां नूं महाराज पढ़दे ने और चाणक्य नीति दा उलथा कराउंदे ने, परथरी सातक दा ਉਹਦਾ ਅਲੱਥਾ ਕਰਾਉਂਦੇ ਨੇ। ਦੋਵੇਂ ਯੋਗ ਵਿਸ਼ਿਸ਼ਟ और दोवें गीता महाराज जी का एक एडा वड्डा अध्ययन करने का प्रोग्राम सी। उन्हें कोई भी पुरातन लिखत नहीं छड्डी। तो माफ़ करना, इस पक्षों भी असीं विसले हैं। भाई साहब गल कर रहे सी जिहड़ी कौम नूं खत्म करना होवे उन्होंने कई तरीके हुंदे मारन दे। आर्थिक तौर पर विद्यक तौर पर उहदे कोलों तलीम खो ली जाती है। यहूदियां ने सब तो वड्डा प्रोग्राम यह रखा, उन्होंने तलीम नालों सांझ नहीं तोड़ी। इस करके लखां औकड़ां दे बावजूद भी वो अपनी होंद नूं बचाउण विच कामयाब हो गए। तो अज तां आपां वेखदे हैं आम जन सधारण आदमी की गल तां छड्डो, जिहड़ा अपना लाना है जिहदे विच मैं भी आउणा, प्रचारक श्रेणी भी पढ़न तो कन्नी कतराउंदी।
ਇੱਕ ਵਾਰੀ ਹਾਵੜੇ ਅਸੀਂ ਖੜੇ, ਉੱਥੇ ਮੈਂ ਫਰਦੌਸੀ ਦਾ ਸ਼ਾਹਨਾਮਾ ਵੇਖਿਆ ਸਟਾਲ ਉੱਤੇ, ਤੋਂ ਮੈਂ ਖਰੀਦਿਆ, ਪੜ੍ਹਿਆ। ਇਸ ਚਾਅ ਨਾਲ ਵੀ ਕਦੇ ਸਾਡੇ ਸਤਿਗੁਰਾਂ ਨੇ ਵੀ ਇਸ ਚੀਜ਼ ਨੂੰ ਪੜ੍ਹਿਆ, ਤਾਂ ਹੀ ਉਹਨਾਂ ਔਰੰਗਜ਼ੇਬ ਨੂੰ ਜਦ ਪੱਤਰਕਾ ਲਿਖੀ ਸੀ ਉਹਦੇ ਵਿੱਚ ਹੁਮਾ ਨਾਮੀ ਪੰਛੀ ਦਾ ਜ਼ਿਕਰ ਕੀਤਾ ਸੀ ਕਿ ਜਿਹਦੇ ਸਿਰ ਉੱਤੋਂ ਦੀ ਉਹ ਲੰਘ ਜੇ ਦੁਸ਼ਮਣ ਉਹਦਾ ਕੁਝ ਨਹੀਂ ਵਿਗਾੜ ਸਕਦਾ। ਔਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹ ਹਵਾਲਾ ਇਸ ਕਰਕੇ ਦਿੱਤਾ ਸੀ ਕਿ ਉਹਦਾ ਅਧਿਐਨ ਕੀਤਾ ਸੀ। ਤੋ ਅੱਜ ਇਸ ਪੱਖੋਂ ਵੀ ਅਸੀਂ ਅਵੇਸਲੇ ਵਿਦਿਆ ਦੀ ਗੱਲ। ਕਦੇ ਸਾਡੇ ਦੇਸ਼ ਦੀ ਸੰਸਕ੍ਰਿਤੀ ਵਿੱਚ ਆਜ਼ਾਦੀ ਤੋਂ ਬਾਅਦ ਜਗਜੀਤ ਸਿੰਘ ਅਰੋੜਾ ਦਿਸਦਾ ਹੈ, ਅਰਜਨ ਸਿੰਘ ਚੀਫ ਦਿਸਦਾ ਹੈ, ਜੇ ਸਿੰਘ ਦਿਸਦਾ ਹੈ, ਬਹੁਤ ਸਾਰੀਆਂ ਸਟੇਟਾਂ ਦੇ ਗਵਰਨਰ, ਸਰਦਾਰ ਕਪੂਰ ਸਿੰਘ ਵਰਗੇ ਅਫਸਰ, ਡਾਕਟਰ ਮਨਮੋਹਨ ਸਿੰਘ ਵਰਗੇ ਅੱਗੇ ਜਾ ਕੇ। ਪਰ ਹੌਲੀ ਹੌਲੀ ਹੁਣ ਜਿਹੜੇ ਮਾਹੌਲ ਬਣੇ ਹੋਏ ਨੇ, ਸਰਕਾਰ ਦੀ ਡੂੰਘੀ ਨੀਤੀ, ਆਰਥਿਕ ਪੱਖ ਤੋਂ ਤੋੜ ਦੇਣਾ, ਇਹਦੇ ਸਭ ਤੋਂ ਵੱਡਾ ਅਸਰ ਪੈ ਰਿਹਾ ਹੈ। ਸਾਡੇ ਬੱਚੇ ਉਚੇਰੀ ਪੜ੍ਹਾਈ ਤੋਂ ਕਿੰਨੀ ਕਤਰਾ ਰਹੇ ਨੇ। ਉਹ ਪੜ੍ਹਨਾ ਤੇ ਚਾਹੁੰਦੇ ਨੇ, ਲੇਕਿਨ ਬਾਹਰਲੇ ਮੁਲਕ ਵਿੱਚ ਆ ਕੇ ਇੱਥੋਂ ਕੋਈ ਜਾ ਕੇ ਉੱਥੇ ਵੱਡੀ ਪੋਸਟ ਉੱਤੇ ਨਹੀਂ ਬੈਠੇਗਾ। ਆਉਣ ਵਾਲੇ ਸਮੇਂ ਵਿੱਚ ਵੱਡੀਆਂ ਕੁਰਸੀਆਂ ਤੇ ਆਪਾਂ ਨੂੰ ਗੈਰ ਸਿੱਖ ਦਿਸਣਗੇ। ਔਰ ਅੱਜ ਵੀ ਜਲੰਧਰ ਦੇ ਅੰਦਰ ਜਿਹੜਾ ਕਮਿਸ਼ਨਰ ਹੈ ਵੇਦ ਪ੍ਰਸ਼ਾਰਤ, ਉਹਦੇ ਕੋਲ 5 ਜ਼ਿਲ੍ਹੇ ਆ ਪੰਜਾਬ ਦੇ, ਉਹ ਕੇਵਲ 2 ਭਾਸ਼ਾ ਜਾਣਦਾ, ਇੱਕ ਤਾਮਿਲ, ਇੱਕ ਅੰਗਰੇਜ਼ੀ। ਔਰ ਉਹਨੇ ਵਕੀਲਾਂ ਨੂੰ ਕਿਹਾ ਕਿ ਜਦੋਂ ਬਹਿਸ ਦੇਣੀ ਮੇਰੀ ਭਾਸ਼ਾ ਵਿੱਚ ਦਿਓ ਜਾਂ ਅੰਗਰੇਜ਼ੀ 'ਚ ਦਿਓ। ਯਾਨੀ ਅੱਧਾ ਪੰਜਾਬ ਇੱਕ ਭਈਏ ਦੇ ਕਮਾਂਡ ਥੱਲੇ ਹੈ। ਆਉਣ ਵਾਲੇ ਸਮੇਂ ਵਿੱਚ ਇਹ ਹਾਲਤ ਹੋਰ ਵੀ ਨਿਗਰ ਜਾਏਗੀ, ਕਿਉਂਕਿ ਸਾਡੇ ਬੱਚੇ ਉਸ ਪਾਸੇ ਵੱਲ ਧਿਆਨ ਨਹੀਂ ਦੇ ਰਹੇ। ਆਰਥਿਕ ਤੰਗੀ ਦੇ ਭੰਨੇ ਹੋਏ ਉਹ ਦੇਸ਼ ਛੱਡ ਰਹੇ ਨੇ ਔਰ ਉਹ ਚਾਹਤ ਖਤਮ ਹੁੰਦੀ ਜਾ ਰਹੀ ਹੈ। ਖੈਰ, ਗੁਰੂ ਮਹਾਰਾਜ ਕਿਰਪਾ ਕਰੇ ਕੋਈ ਇਸ ਤਰ੍ਹਾਂ ਦਾ ਸਮਾਂ ਬਣੇ, ਅਸੀਂ ਵਿਦਿਆ ਨਾਲ ਸਾਂਝ ਪਾ ਕੇ, ਕਿਉਂਕਿ ਤਾਲੀਮ ਸਭ ਤੋਂ ਵੱਡਾ ਸ਼ਸਤਰ ਹੁੰਦਾ ਹੈ ਅੱਗੇ ਵਧਣ ਦਾ। ਆਓ ਰਹਿੰਦੇ ਪ੍ਰਸੰਗ ਨੂੰ ਪੂਰਾ ਕਰੀਏ। ਔਰ ਗੱਲ ਚੱਲ ਰਹੀ ਸੀ ਸ੍ਰੀ ਦਰਬਾਰ ਸਾਹਿਬ ਜੀ ਦੇ ਹਮਲਿਆਂ ਦੀ। 2 ਹਮਲੇ ਦੁਰਾਨੀਆਂ ਵੱਲੋਂ, ਉਹਦੇ ਵਿੱਚੋਂ ਪਹਿਲਾ ਹਮਲਾ 1757 ਵਿੱਚ, ਦੂਜਾ ਹਮਲਾ 1762 ਵਿੱਚ, ਜਿਹਦੇ ਵਿੱਚ ਦਰਬਾਰ ਸਾਹਿਬ ਨੂੰ ਨੀਹਾਂ ਤੋਂ ਪੁੱਟ ਕੇ ਅਖੇੜ ਦਿੱਤਾ ਜਾਂਦਾ ਹੈ। ਉਸ ਤੋਂ 222 ਸਾਲ ਕੋਈ ਹਮਲਾ ਨਹੀਂ ਹੁੰਦਾ। ਫਿਰ 84 ਜਾ ਕੇ ਹਮਲਾ ਹੁੰਦਾ ਆਪਣੀ ਸਰਕਾਰ ਵੱਲੋਂ, ਔਰ ਇੱਕ ਡੂੰਘਾ ਜ਼ਖਮ ਜਿਹਦੀ ਪੀੜ ਕੌਮ ਅੱਜ ਵੀ ਮਹਿਸੂਸ ਕਰਦੀ ਹੈ ਔਰ ਕਰਦੀ ਰਹੇਗੀ, ਕਿਉਂਕਿ ਅਸੀਂ ਜਿਨ੍ਹਾਂ ਨੂੰ ਆਪਣੇ ਬਣਾਇਆ ਸੀ ਉਹੀ ਬਗਾਨੇ ਨਿਕਲੇ। ਤਾਂ ਬਾਬਾ ਦੀਪ ਸਿੰਘ ਜੀ ਤੇ ਮੈਂ ਗੱਲ ਲਿਆਂਦੀ ਸੀ, ਉਹਨਾਂ ਨੇ ਤਨ ਸਾਹਿਬ ਅਰਦਾਸ ਕਰਕੇ ਇੱਕ ਲੀਕ ਵਾਈ ਕਿ ਆਪਾਂ ਦਰਬਾਰ ਸਾਹਿਬ ਜੀ ਦੀ ਅਜ਼ਮਤ ਨੂੰ ਬਚਾਉਣ ਵਾਸਤੇ ਜਾ ਰਹੇ ਹਾਂ। ਇਹਦੇ ਵਿੱਚ ਅਜੇ ਵੀ ਕਿਸੇ ਦੇ ਮਨ ਵਿੱਚ ਕੋਈ ਢਿੱਲ ਮੱਠ ਹੋਵੇ ਤੇ ਉਹ ਇਸ ਲੀਕ ਤੋਂ ਪਿੱਛੇ ਮੁੜ ਸਕਦਾ ਹੈ। ਮੈਦਾਨੇ ਜੰਗ ਵਿੱਚ ਕੇਵਲ ਸ਼ਹੀਦੀ ਤੇ ਸ਼ਹੀਦੀ ਹੋਵੇਗੀ, ਕੇਵਲ ਗੁਰੂ ਦੀ ਖਾਤਰ ਮਰਨ ਦਾ ਚਾਹ ਹੋਵੇਗਾ। ਇਸ ਤੋਂ ਵੱਧ ਲਾਲਚ ਹੋਰ ਕੋਈ ਨਹੀਂ ਹੈ। ਸਾਰੇ ਕੌਮੀ ਪਰਵਾਨੇ ਲੀਕ ਟੱਪ ਗਏ। ਗੋਲਵਾੜ ਦਾ ਮੈਦਾਨ ਚੁਣਿਆ ਗਿਆ। ਜਹਾਨ ਖਾਨ, ਜਮਾਲ ਖਾਨ, ਅਜੂਬ ਖਾਨ, ਜ਼ਬਰਦਸਤ ਖਾਨ, ਅਮੀਰ ਖਾਨ ਇਤਆਦਿਕ ਜਰਨੈਲ ਛਾਤੀਆਂ ਢਾਹ ਕੇ ਖਾਲਸੇ ਨੂੰ ਰੋਕਣ ਵਾਸਤੇ ਖਲੋ ਗਏ। ਉਹਨਾਂ ਦੀਆਂ ਛਾਤੀਆਂ ਦੀ ਬਣੀ ਹੋਈ ਕੰਧ ਦੇ ਪਰਲੇ ਬੰਨੇ ਦਰਬਾਰ ਸਾਹਿਬ ਦਿਸ ਰਿਹਾ ਸੀ ਬਾਬਾ ਦੀਪ ਸਿੰਘ ਨੂੰ। ਉਸ ਵਕਤ ਜਹਾਨ ਖਾਨ ਦੀ ਫੌਜ ਤਾਂ ਕੀ, ਜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਖਾਲਸੇ ਦੇ ਸਾਹਮਣੇ ਸੁਮੇਰ ਪਰਬਤ ਵੀ ਆ ਜਾਂਦਾ ਤੇ ਉਹ ਢਾਹ ਕੇ ਮੈਦਾਨ ਕਰ ਦਿੰਦੇ, ਕਿਉਂਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹ ਪਾਵਨ ਪਵਿੱਤਰ ਸਥਾਨ ਸੀ ਜਿੱਥੋਂ ਸਿੱਖ ਨੂੰ ਜ਼ਿੰਦਗੀ ਮਿਲਦੀ ਹੈ, ਜਿੱਥੇ ਸਿੱਖ ਦੀ ਰੂਹ ਦਾ ਸੰਬੰਧ ਹੈ। ਫਿਰ ਗੋਲਵੜ ਦੇ ਮੈਦਾਨ ਵਿੱਚ ਪੈਂਦਿਆਂ ਹੀ ਸੱਟੇ ਯਾ ਅਲੀ ਦੇ ਨਾਰੇ, ਸਤਿ ਸ੍ਰੀ ਅਕਾਲ ਦੇ ਜਕਾਰੇ। ਇੱਕ ਪਾਸੇ ਮੌਲਵੀ ਕਹਿ ਰਹੇ ਸੀ ਸ਼ਾਮ ਦੀ ਨਮਾਜ਼ ਸਿੰਘਾਂ ਦੀਆਂ ਲਾਸ਼ਾਂ ਤੇ ਬਹਿ ਕੇ ਪੜਾਂਗੇ, ਦੂਜੇ ਬੰਨੇ ਖਾਲਸਾ ਕਹਿ ਰਿਹਾ ਸੀ ਰਹਿ ਰਸ ਦਾ ਪਾਠ ਦਰਬਾਰ ਸਾਹਿਬ ਦੀ ਪਕਰਮਾਂ 'ਚ ਕਰਨਾ ਹੈ। ਹੁਣੀ ਇਸ ਸੰਸਾਰ ਦੇ ਅਨੋਖੇ ਜੰਗ ਨੂੰ ਵੇਖ ਰਹੀ ਹੈ। ਸੂਰਜ ਅਸਮਾਨ ਤੋਂ ਥੋੜਾ ਜਿਹਾ ਨੇੜਾ ਹੋ ਗਿਆ ਤਾਂ ਕਿ ਤਵਾਰੀਖ ਨੂੰ ਚਸ਼ਮਦੀਦ ਗਵਾਹ ਬਣ ਕੇ ਵੇਖਿਆ ਜਾਏ। ਦੋਨਾਂ ਤਰ੍ਹਾਂ ਦਾ ਪਿੜ ਗੋਲਵੜ ਦੇ ਮੈਦਾਨ ਵਿੱਚ ਤੇ ਪੈਂਦੀ ਸੱਟੇ ਗੁਰੂ ਕੇ ਖਾਲਸੇ ਨੇ ਜਿਵੇਂ ਅੱਗੇ ਲਾ ਲਿਆ, ਉਹਨਾਂ ਨੂੰ ਇਉਂ ਬੇਨਤੀ ਕੀਤੀ ਜਾ ਰਹੀ। ਦੋਹਾਂ ਪਾਸਿਆਂ ਤੋਂ ਹੋ ਗਈਆਂ ਤਿਆਰੀਆਂ, ਗੁੱਸਾ ਖਾ ਕੇ ਨਗਾਰੇ ਜੋਟਾਂ ਮਾਰੀਆਂ, ਸਿੰਘ ਲਾਡਲੇ ਗੁਰੂ ਨੂੰ ਫੌਜਾਂ ਪਿਆਰੀਆਂ, ਲੋਕੀ ਪੂਜਦੇ ਨੇ ਜਸ ਜੋ ਜਹਾਨੋਂ ਕੱਟ ਗਏ, ਦੋਹਾਂ ਧਿਰਾਂ ਦੇ ਜਵਾਨ ਸੀ ਮੈਦਾਨੇ ਡਟ ਗਏ। ਇੱਕ ਪਾਸੇ ਜਿਉਂਦੇ ਗੁਰੂ ਦਸ਼ਮੇਸ਼ ਦੇ, ਕਰੀ ਤੇਗ ਦੇ ਜਵਾਨ ਰੱਖ ਦੇਸ਼ ਦੇ, ਕਹਿੰਦੇ ਝਗੜੇ ਮਟਾ ਦਿਓ ਹਮੇਸ਼ ਦੇ, ਚੜੇ ਜੋਸ਼ ਦੇ ਤੂਫਾਨ ਨਾ ਦਲੀਲੀ ਰੋਕਦੇ, ਜੋਦੇ ਮਾਰ ਜਾਂਦੇ ਥਾਏ ਨਹੀਂ ਝੁਕਾਇਆ ਝੁਕਦੇ। ਹੋ ਗਈਆਂ ਤਿਆਰੀਆਂ, ਗੁੱਸਾ ਖਾ ਕੇ ਨਗਾਰੇ ਜੋਟਾਂ ਮਾਰੀਆਂ, ਸਿੰਘ ਲਾਡਲੇ ਗੁਰੂ ਨੂੰ ਫੌਜਾਂ ਪਿਆਰੀਆਂ, ਲੋਕੀ ਪੂਜਦੇ ਨੇ ਜਸ ਜੋ ਜਹਾਨੋਂ ਕੱਟ ਗਏ, ਦੋਹਾਂ ਧਿਰਾਂ ਦੇ ਜਵਾਨ
ਇੱਕ ਪਾਸੇ ਜੋਧੇ ਗੁਰੂ ਦਸ਼ਮੇਸ਼ ਦੇ ਤਣੀ ਤੇਲ ਦੇ ਜਵਾਨ ਰੱਖੇ ਦੇਸ਼ ਦੇ ਕਹਿੰਦੇ ਝਗੜੇ ਮਟਾ ਦਿਓ ਹਮੇਸ਼ ਦੇ ਚੜੇ ਜੋਸ਼ ਦੇ ਤੂਫਾਨ ਨਾ ਦਲੀਲੀ ਰੁਕਦੇ ਜੋਧੇ ਮਾਰ ਜਾਂਦੇ ਥਾਏ ਨਹੀਂ ਝੁਕਾਇਆ ਝੁਕਦੇ ਉਹਦੇ ਨਾਰੀ ਉੱਚੀ ਮਾਰਦੇ ਵੈਰੀ ਅੱਲਾਹੂ ਦੇ ਨਾਰੀ ਉੱਚੀ ਮਾਰਦੇ ਮਾਰ ਝੱਲਦੇ ਸਿੰਘਾਂ ਦੀ ਤਲਵਾਰ ਦੇ ਉਹਨਾਂ ਜੋਧਿਆਂ ਨੂੰ ਰੋਕ ਕੇ ਵੰਗਾਰਦੇ ਜਿਹੜੇ ਮੌਤ ਦਾ ਤਬਾਨ ਵੇਖ ਪਾਸਾ ਵੱਟ ਗਏ ਦੁਆਤਿਆਂ ਦੇ ਜਵਾਨ ਸੀ ਮਦਾਨੇ ਡਟ ਗਏ ਹੋਈ ਧਰਤੀ ਲਹੂ ਦੇ ਨਾਲ ਲਾਲ ਸੀ ਸਿਰਾਂ ਧੜਾਂ ਦੀ ਬੱਦੀ ਪਈ ਉੱਥੇ ਪਾਲ ਸੀ ਸਿਰ ਕੂਕਦਾ ਕਈਆਂ ਦੇ ਹਾਲ ਕਾਲ ਸੀ ਪਹਿਲਾਂ ਮੌਤ ਨਾਲ ਜਾਂਦੇ ਅਰਮਾਨ ਮੁੱਕਦੇ ਜੋਦੇ ਮਾਰ ਜਾਂਦੇ ਥਾਏ ਨਹੀਂ ਝੁਕਾਇਆ ਝੁਕਦੇ ਦੂਜੇ ਵਾਲੀ ਰਹੀ ਨਾ ਪਛਾਣ ਜੀ ਵੱਡ ਸੀਨਿਆਂ 'ਚ ਲੱਗੇ ਲਉ ਲਹਾਨ ਜੀ ਮੂੰਹ ਜੀ ਛੱਡ ਕੇ ਮੈਦਾਨ ਨਸੇ ਜਾਣ ਜੀ ਡਿੱਗੇ ਸੂਰਮੇ ਜ਼ਮੀਨ ਤੇ ਪੋਰੀ ਪੋਰੀ ਕੱਟ ਗਏ ਦੋ ਹੱਥਾਂ ਦੇ ਜਵਾਨ ਸੀ ਮੈਦਾਨੇ ਡਟ ਗਏ ਤੋੜ ਅੰਬਰੀ ਚੜਾਈ ਪੱਟ ਰਾਕੀਆਂ 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 ਧੂੜ ਅੰਬਰੀ ਚੜਾਈ ਪੱਟ ਰਾਕੀਆਂ ਜੋਦੇ ਕਸਬੇ ਲਗਾਮਾਂ ਦੇਣ ਥਾਪੀਆਂ ਜਾਮ ਮੌਤ ਦੇ ਪਲਾਏ ਖੁੱਲੇ ਸਾਕੀਆਂ ਕੱਖਾਂ ਵਿੱਚ ਅੰਗਿਆਰ ਨਹੀਂ ਲੁਕਾਇਆ ਲੁਕਦੇ ਜੋਦੇ ਮਾਰ ਜਾਂਦੇ ਥਾਏ ਨਹੀਂ ਝੁਕਾਇਆ ਝੁਕਦੇ ਮੇਜ ਕਾਲੀ ਉੱਚੀ ਛੱਡਦੇ ਤੀਰ ਛਾਤੀਆਂ ਨੂੰ ਤੀਰ ਪਾਰ ਕੱਢਦੇ ਮੇਜ ਵੈਰੀਆਂ ਦੀ ਛਾਤੀ ਵਿੱਚ ਗੱਡਦੇ ਬਚੇ ਉਹੀ ਜਿਹੜੇ ਹੱਥ ਜੋੜ ਪਾਸਾ ਵੱਟ ਗਏ ਦੋ ਹੱਥਾਂ ਦੇ ਜਵਾਨ ਸੀ ਮੈਦਾਨੇ ਡਟ ਗਏ ਔਰ ਚੰਡੀ ਦਾ ਨਿਹੰਗ ਸਿੰਘ ਪੜਦੇ ਮੂਰੇ ਹੋ ਕੇ ਜਾਰੀ ਨਾਲ ਵੱਡੇ ਲੜਦੇ ਬਾਜੀ ਸਿੰਘਾਂ ਦੇ ਸਾਵੇਂ ਨਾ ਪੋਰਾ ਅੜਦੇ ਸ਼ੇਰ ਕਾਗਜ਼ਾਂ ਦੇ ਵੇਖੇ ਨਾ ਮੈਦਾਨੇ ਭੁੱਕਦੇ ਜੋਦੇ ਮਾਰ ਜਾਂਦੇ ਥਾਏ ਨਹੀਂ ਝੁਕਾਇਆ ਝੁਕਦੇ ਗੁਰਾਂ ਦੇ ਜੇਤੂ ਜੰਗ ਦੇ ਵੀਰ ਦਸਵੇਂ ਗੁਰਾਂ ਦੇ ਜੇਤੂ ਜੰਗ ਦੇ ਜਾਨ ਵੈਰੀਆਂ ਦੀ ਜਾਨ ਸੂਲੀ ਟੰਗ ਦੇ ਕਰੀ ਜਾਂਦੇ ਸੀ ਦਬਾਈਆਂ ਜਿੱਥੋਂ ਲੰਘਦੇ ਉਹਨਾਂ ਮੰਗਿਆ ਨਾ ਪਾਣੀ ਜਿੰਨੂੰ ਮਾਰੀ ਛੱਡ ਗਏ ਦੋ ਹੱਥਾਂ ਦੇ ਜਵਾਨ ਸੀ ਮੈਦਾਨੇ ਡਟ ਗਏ ਲਾਲ ਰੱਤ ਦਾ ਸਮੁੰਦਰ ਉੱਥੇ ਵਹਿ ਗਿਆ ਵਹਿ ਗਿਆ ਵਹਿ ਗਿਆ ਲਾਲ ਰੱਤ ਦਾ ਸਮੁੰਦਰ ਉੱਥੇ ਵਹਿ ਗਿਆ ਜਿੱਤ ਹਾਰ ਦਾ ਨਿਆਸੀ ਵਿੱਚ ਰਹਿ ਗਿਆ ਗੱਲਾਂ ਸੱਚ ਭਾਗੋ ਵਾਲੀਆਂ ਜੋ ਕਹਿ ਗਿਆ ਸਾਕੇ ਖੂਨ ਨਾਲ ਨਿਖੇ ਨਹੀਂ ਸਕਾਇਆ ਸੁੱਕਦੇ ਜੋਦੇ ਮਰ ਜਾਂਦੇ ਥਾਏ ਨਹੀਂ ਝੁਕਾਇਆ ਝੁਕਦੇ ਮਿਲਦੇ ਮੌਤ ਨੂੰ ਗਲੀ ਜੋ ਹਾਰ ਪਾ ਕੇ ਜੀਵਨ ਵਿੱਚ ਨਹੀਂ ਉਹਨਾਂ ਦੀ ਹਾਰ ਵੇਖੀ ਝੋਲੀ ਜਿਹਦੀ ਸ਼ਹੀਦਾਂ ਦੇ ਫੁੱਲ ਬਹੁਤੇ ਹੋਏ ਉਸੇ ਕੌਮ ਦੇ ਬਾਗੀ ਬਹਾਰ ਵੇਖੀ ਝੱਖੜ ਲੱਖ ਚੁੱਲੇ ਇਨਕਲਾਬ ਆਵੇ ਅਰਸ਼ ਫਰਸ਼ ਦੀ ਮਿੱਟੀ ਅਡਾਉਣ ਵਾਲਾ ਮੇਰੇ ਸੋਹਣੇ ਸ਼ਹੀਦਾਂ ਦੀ ਯਾਦ ਉੱਤੇ ਕੋਈ ਜੰਮਿਆ ਧੂੜ ਨਹੀਂ ਪਾਉਣ ਵਾਲਾ ਖਾਲਸਾ ਜੀ ਸੀਸ ਦੇ ਕੇ ਅੰਮ੍ਰਿਤ ਛਕਣ ਦੀ ਪ੍ਰਕਿਰਿਆ ਇਹ ਇੱਕ ਐਸਾ ਸਿਧਾਂਤ ਸੀ ਕਿ ਸੱਚੇ ਪਾਤਸ਼ਾਹ ਮਹਾਰਾਜ ਇਹ ਜੀਵਨ ਸਦਾ ਨਹੀਂ ਰਹਿਣਾ ਪਰ ਜੇ ਤੇਰੇ ਲੇਖੇ ਵਿੱਚ ਲੱਗ ਜੇ ਤੇ ਇਹਦੇ ਨਾਲੋਂ ਸੌਦਾ ਹੋਰ ਚੰਗਾ ਕੋਈ ਨਹੀਂ ਹੈ ਔਰ ਰਨ ਤੱਤੇ ਵਿੱਚ ਜਾਨਾਂ ਵਾਰ ਦੇਣੀਆਂ ਗੁਰੂ ਦੀ ਅਜ਼ਮਤ ਤੇ ਪਿਆਰ ਦੀ ਖਾਤਰ ਇਹ ਸਿੰਘਾਂ ਵਾਸਤੇ ਇੱਕ ਜ਼ਿੰਦਗੀ ਦਾ ਨਿਵੇਕਲਾ ਪੱਖ ਸੀ ਔਰ ਇਹ ਲੜਾਈ ਮੀਲਾਂ ਤੱਕ ਹੋਈ ਉਸ ਇਲਾਕੇ ਦਾ ਹੋਣ ਕਰਕੇ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਨਾਲ ਉਸ ਰਣ ਮੈਦਾਨ ਵਿੱਚ ਜੋੜੇ ਯੋਧੇ ਹੋਰ ਵੀ ਜੂਝੇ ਨੇ ਭਾਈ ਸਾਹਿਬ ਭਾਈ ਕਰਮ ਸਿੰਘ ਜੀ ਰਣ ਸਿੰਘ ਜੀ ਵੀਰ ਸਿੰਘ ਜੀ ਹਰੀ ਸਿੰਘ ਜੀ ਔਰ ਉਹਨਾਂ ਦੇ ਸਥਾਨ ਵੀ ਵਰਪਾਲਾਂ ਦੇ ਨੇੜੇ ਨੇੜੇ ਬਣੇ ਹੋਏ ਨੇ ਔਰ ਜਿੱਥੇ ਜਿੱਥੇ ਕਿਸੇ ਦਾ ਲਹੂ ਡੁੱਲਾ ਸਾਡੇ ਉਹ ਵੱਡ ਵਡੇਰੇ ਉਹਨਾਂ ਨੇ ਉਸ ਜਗ੍ਹਾ ਨੂੰ ਸੰਭਾਲ ਕੇ ਰੱਖਣ ਦਾ ਯਤਨ ਕੀਤਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਜੰਗ ਦੇ ਉਸ ਨਿਸ਼ਾਨ ਨੂੰ ਵੇਖ ਕੇ ਇਹ ਵੇਖ ਸਕਣ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਸਿੱਖਾਂ ਵਾਸਤੇ ਕਿੰਨੀ ਅਹਿਮੀਅਤ ਰੱਖਦੀ ਹੈ ਮੈਦਾਨੇ ਜੰਗ ਵਿੱਚ ਸਥਾਰ ਲੈ ਗਏ ਦੁਸ਼ਮਣ ਦਾ ਭਰਮ ਦੂਰ ਹੋ ਗਿਆ ਮੀਲਾਂ ਤੱਕ ਪਈਆਂ ਹੋਈਆਂ ਲਾਸ਼ਾਂ ਰੁਲਦੀਆਂ ਖੋਪਰੀਆਂ ਡੁੱਲਿਆ ਲਹੂ ਤੜਫਦੇ ਜਵਾਨ ਭੱਜਦੇ ਔਰ ਇਸ ਤਰ੍ਹਾਂ ਦਾ ਭਿਆਨਕ ਮੰਜ਼ਰ ਪੇਸ਼ ਕਰ ਰਹੇ ਸਨ ਦੁਸ਼ਮਣ ਆਪਣੇ ਪੈਰਾਂ ਤੋਂ ਹਿੱਲਣ ਲਈ ਮਜਬੂਰ ਹੋ ਗਿਆ ਕਿਉਂਕਿ ਇੱਕ ਪਾਸੇ ਤਨਖਾਹਾਂ ਇੱਕ ਪਾਸੇ ਕੇਵਲ ਸਿਪਾਹੀ ਦੀ ਨੌਕਰੀ ਤੇ ਦੂਜੇ ਪਾਸੇ ਜੋਸ਼ ਦਾ ਤੂਫਾਨ ਧਰਮ ਦੇ ਰੂਪ ਵਿੱਚ ਬਾਬਾ ਦੀਪ ਸਿੰਘ ਮਹਾਰਾਜ ਜੀ ਵੱਲੋਂ ਉਹਨੂੰ ਕਿਹੜਾ ਰੋਕ ਕੇ ਵਿਕਾਵੇ
ਅਮੀਰ ਖਾਨ ਮੰਨਿਆ ਹੋਇਆ ਯੋਧਾ, ਇਹਨੂੰ ਹਾਥੀ ਦੇ ਕੇ ਇੱਕ ਦਸਤੇ ਦਾ ਕਮਾਂਡਰ ਬਣਾ ਕੇ ਰਨ ਤੱਤੇ ਵਿੱਚ ਭੇਜਿਆ ਗਿਆ। ਕਹਿੰਦੇ ਇਹਨੂੰ ਰੋਕਣ ਵਾਸਤੇ ਸਰਦਾਰ ਦਿਆਲ ਸਿੰਘ ਅੱਗੇ ਵਧਿਆ ਔਰ ਉਹਨੇ ਮਸਤੇ ਹੋਏ ਹਾਥੀ ਉੱਤੇ ਮਸਤੇ ਹੋਏ ਬਹਾਦਰ ਜਵਾਨ ਨੂੰ ਆਪਣੀ ਹਿੰਮਤ ਨਾਲ ਥੱਲੇ ਲਾ ਕੇ ਸੁੱਟ ਦਿੱਤਾ। ਔਰ ਐਡਾ ਵੱਡਾ ਕਮਾਂਡਰ ਮਰਿਆ ਵੇਖ ਕੇ ਕੌਮ ਦੇ ਅੰਦਰ, ਉਹਨਾਂ ਦੇ ਅੰਦਰ ਇੱਕ ਜਵਾਰ ਪਾਟਾ ਉੱਠਿਆ। ਇਸ ਡੁੱਲੇ ਹੋਏ ਲਹੂ ਦਾ ਬਦਲਾ ਲੈਣ ਵਾਸਤੇ ਜ਼ਬਰਦਸਤ ਖਾਨ ਅੱਗੇ ਵਧਿਆ। ਜ਼ਬਰਦਸਤ ਖਾਨ ਔਰ ਉਹਦੀਆਂ ਅੱਖਾਂ ਵਿੱਚ ਲਹੂ ਸੀ। ਅੱਜ ਉਹ ਗੱਲ ਸਿਰੇ ਲਾਉਣੀ ਚਾਹੁੰਦਾ ਸੀ। ਉਹਨੂੰ ਰੋਕਣ ਵਾਸਤੇ ਸਰਦਾਰ ਬਲਵੰਤ ਸਿੰਘ ਅੱਗੇ ਆਇਆ। ਜ਼ਬਰਦਸਤ ਖਾਨ ਨੇ ਆਖਿਆ ਰਸਤੇ ਤੋਂ ਲਾਂਭੇ ਹੋ ਜਾ, ਮੈਂ ਉਸ ਦੁਸ਼ਮਣ ਦੇ ਟੋਟੇ ਕਰਨੇ ਚਾਹੁੰਦਾ ਜਿਹਨੇ ਮੇਰੇ ਭਰਾ ਦੇ ਲਹੂ ਵਿੱਚ ਹੋਲੀ ਖੇਡੀ ਹੈ। ਉਹਨੇ ਆਖਿਆ ਗੱਲ ਤੇਰੀ ਠੀਕ ਹੈ, ਪਰ ਉੱਥੋਂ ਤੱਕ ਜਾਣ ਵਾਸਤੇ ਤੈਨੂੰ ਪਹਿਲਾਂ ਸਰਦਾਰ ਬਲਵੰਤ ਸਿੰਘ ਨਾਲ ਟੱਕਰ ਲੈਣੀ ਪਏਗੀ। ਉਹਨੇ ਆਖਿਆ ਕਾਰਨ? ਕਹਿੰਦਾ ਤੇਰਾ ਨਾਂ ਤੇਰੀ ਮਾਂ ਨੇ ਰੱਖਿਆ ਜ਼ਬਰਦਸਤ ਖਾਨ ਤੇ ਮੇਰੀ ਮਾਂ ਨੇ ਮੇਰਾ ਨਾਂ ਰੱਖਿਆ ਸਰਦਾਰ ਬਲਵੰਤ ਸਿੰਘ। ਪੁਰਾਣੇ ਦੇ ਨਾਵਾਂ ਵਿੱਚ ਵੀ ਭੇਦ ਸੀ ਖਾਲਸਾ ਜੀ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਪੂਰਨੇ ਪਾ ਗਏ ਸਨ। ਵੱਡਾ ਲਖਤੇ ਜਿਗਰ ਪੈਦਾ ਹੋਇਆ ਅਜੀਤ ਸਿੰਘ, ਉਸ ਤੋਂ ਛੋਟਾ ਜੁਝਾਰ ਸਿੰਘ, ਉਸ ਤੋਂ ਛੋਟਾ ਯੋਰਾਵਰ ਸਿੰਘ, ਉਸ ਤੋਂ ਛੋਟਾ ਫਤਿਹ ਸਿੰਘ। ਅਜੀਤ ਸਿੰਘ ਨੂੰ ਦੁਨੀਆ ਦੀ ਕੋਈ ਤਾਕਤ ਜਿੱਤ ਨਾ ਸਕੀ ਤੇ ਜੁਝਾਰ ਸਿੰਘ ਵਾਂਗੂ ਕੋਈ ਜੂਝ ਨਾ ਸਕਿਆ ਮੈਦਾਨੇ ਜੰਗ ਵਿੱਚ। ਯੋਰਾਵਰ ਸਿੰਘ ਨੇ ਆਪਣੇ ਯੋਰ ਨਾਲ ਮੌਤ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ ਤੇ ਫਤਿਹ ਸਿੰਘ ਉਸ ਮੌਤ ਉੱਤੇ ਫਤਿਹ ਪ੍ਰਾਪਤ ਕਰ ਗਿਆ ਜਿਸ ਮੌਤ ਨੂੰ ਵੇਖ ਕੇ ਦੁਨੀਆ ਦਾ ਮਹਾਨ ਜੇਤੂ ਸ਼ਾਹ ਸਿਕੰਦਰ ਵੀ ਥਰ-ਥਰ ਕੰਬਦਾ ਰਿਹਾ। ਔਰ ਅੱਜ ਅਸੀਂ ਬੱਚਿਆਂ ਦੇ ਨਾਂ ਰੱਖਣ ਲੱਗੇ, ਇਹ ਸੋਚਦੇ ਹੀ ਨਹੀਂ ਇਸ ਨਾਂ ਦਾ ਕਿੰਨਾ ਸੰਬੰਧ ਹੋਵੇਗਾ ਸਾਡੇ ਇਤਿਹਾਸ ਨਾਲ, ਸਾਡੀ ਤਵਾਰੀਖ ਨਾਲ। ਉਹਨੇ ਆਖਿਆ ਉਹ ਜ਼ਬਰਦਸਤ ਖਾਨ, ਨਾਵਾਂ ਨੂੰ ਨਾਂ ਪਿਆਰਾ ਹੁੰਦਾ ਹੈ, ਹਾਣੀ ਨੂੰ ਹਾਣ ਪਿਆਰਾ ਹੁੰਦਾ ਹੈ। ਇੱਧਰ ਪਹਿਲਾਂ ਰਨ ਤੱਤੇ ਵਿੱਚ ਮੇਰੇ ਸਾਹਮਣੇ ਆ, ਫਿਰ ਮੇਰੇ ਭਰਾ ਵੱਲ ਅੱਗੇ ਵੱਧਦਾ ਜਾਏ। ਉਹਨੇ ਆਖਿਆ ਫਿਰ ਪਹਿਲਾ ਵਾਰ ਤੂੰ ਕਰ ਨਿਹੰਗ ਸਿੰਘਾ। ਕਦੇ ਮੇਰਾ ਵਾਰ ਖਾਲੀ ਨਹੀਂ ਗਿਆ। ਜਦੋਂ ਪਠਾਣੀ ਦੇ ਘਰ ਪੁੱਤਰ ਜੰਮਦਾ ਹੈ, ਜਦੋਂ ਅਫਗਾਨਨ ਔਰਤ ਦੇ ਘਰ ਪੁੱਤਰ ਜੰਮਦਾ ਹੈ ਤੇ ਉਹਨੂੰ ਗੁੜਤੀ, ਉਹਨਾਂ ਦੀ ਜਿਹੜੀ ਵੱਡਿਆਂ ਦੀ ਤੇਗ ਹੁੰਦੀ ਹੈ, ਜਿੰਨੇ ਰਨ ਤੱਤੇ ਵਿੱਚ ਕਈ ਮੈਦਾਨ ਜਿੱਤੇ ਹੁੰਦੇ ਆ, ਉਸ ਤੇਗ ਨੂੰ ਧੋ ਕੇ ਤੇ ਉਹ ਪਾਣੀ ਉਹਦੇ ਮੂੰਹ ਵਿੱਚ ਪਾਉਂਦੀ ਹੈ। ਤੇ ਅਸੀਂ ਕਦੇ ਹਾਰਨਾ ਨਹੀਂ ਸਿੱਖਿਆ, ਇਸ ਕਰਕੇ ਵਾਰ ਕਰ। ਤੇ ਸਰਦਾਰ ਬਲਵੰਤ ਸਿੰਘ ਨੇ ਆਖਿਆ ਉਹ ਕੱਚਿਆ ਪਿੱਲਿਆ, ਕਿੱਥੇ ਤੂੰ ਤੇ ਕਿੱਥੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਖੰਡਾ ਕੁਲ ਕੌਮ, ਕਿੱਥੇ ਅੰਮ੍ਰਿਤਧਾਰੀ, ਅੰਮ੍ਰਿਤ ਵੇਲੇ ਬਾਣੀ ਪੜਨ ਵਾਲਾ ਤੇ ਰਨ ਤੱਤੇ ਵਿੱਚ ਤੇਗ ਲੈ ਕੇ ਜੂਝਣ ਵਾਲਾ। ਉਹ ਤੇਰਾ ਸਾਡਾ ਕੀ ਮੁਕਾਬਲਾ ਹੈ? ਜੇ ਤੂੰ ਆਇਆ ਚੜ ਕੇ ਜਾਂ ਖਾਲਸਾ ਆਪਣੀ ਖੁਸ਼ੀ ਵਿੱਚ ਆ ਗਿਆ, ਵਾਰ ਪਹਿਲਾਂ ਤੂੰ ਕਰ ਤੇ ਫਿਰ ਖਾਲਸਾ ਇੱਕ ਵਾਰ ਤੇਰੇ ਉੱਤੇ ਕਰੇਗਾ। ਖਾਲਸਾ ਜੀ ਰਨ ਤੱਤੇ ਵਿੱਚ ਅਗਲੇ ਨੂੰ ਮੌਕਾ ਦੇਣਾ, ਇਹ ਵੀ ਇੱਕ ਸਿੰਘਾਂ ਦੇ ਚੜ੍ਹਦੀ ਕਲਾ ਦੀ ਪ੍ਰਤੀਕ ਗੱਲ ਹੈ। ਆਓ ਬਾਪੂ ਜੋਗੀ ਜੀ ਨੇ ਇੱਥੇ ਬੜੀ ਸੁੰਦਰ ਲਾਈਨਾਂ ਲਿਖੀਆਂ। ਇਹ ਛੰਦ ਵੈਸੇ ਹੀ ਤੁਹਾਨੂੰ ਜ਼ਬਾਨੀ ਯਾਦ ਹੈ। ਰਨ ਤੱਤੇ ਵਿੱਚ ਮੌਤ ਦੀ ਹਿੱਕ ਤੇ ਖਲੋ ਕੇ ਸਰਦਾਰ ਬਲਵੰਤ ਸਿੰਘ ਨੇ ਤੂਫਾਨ ਵਾਂਗ ਚੜੇ ਯੋਧੇ ਨੂੰ ਜਿਵੇਂ ਆਖਿਆ ਕਰ ਪਹਿਲਾ ਵਾਰ ਤੁਸੀਂ ਮਨ ਵਿੱਚ ਮਾਣ ਰਹੇ ਨਾ ਖਾਏ। ਤੂੰ ਜ਼ਬਰਦਸਤ ਖਾਏ ਮੈਨੂੰ ਬਲਵੰਤ ਸਿਓ ਕਹਿੰਦੇ, ਉਹ ਮਰਦ ਸਦੋਂਦੇ ਨਹੀਂ ਖਾਨਾ ਜੋ ਬਦਲਾ ਨਹੀਂ ਲੈਂਦੇ। ਅੱਜ ਨੱਥ ਪਾ ਦਿਆਂਗਾ ਲਗਰਾ ਚਰਦਾ ਰਿਹਾ ਏ ਸੰਨ, ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਣ ਰਹੇ ਨਾ ਖਾਨਾ। ਜ਼ਬਰਦਸਤ ਖਾਏ ਮੈਨੂੰ ਬਲਵੰਤ ਸਿਓ ਕਹਿੰਦੇ, ਉਹ ਮਰਦ ਸਦੋਂਦੇ ਨਹੀਂ ਖਾਨਾ ਜੋ ਬਦਲਾ ਨਹੀਂ ਲੈਂਦੇ। ਅੱਜ ਨੱਥ ਪਾ ਦਿਆਂਗਾ ਲਗਰਾ ਚਰਦਾ ਰਿਹਾ ਏ ਸੰਨ, ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਣ ਰਹੇ ਨਾ ਖਾਨਾ। ਆਸ਼ਿਕ ਹੂਰਾਂ ਦਾ ਤੈਨੂੰ ਹੂਰਾਂ ਕੋਲ ਪਹੁੰਚਾਵਾਂ, ਕੋਈ ਫਰਕ ਨਹੀਂ ਨਾਵਾਂ 'ਚ ਮਿਲ ਗਿਆ ਹਾਣ ਹਾਣ ਨੂੰ ਸਾਵਾਂ। ਹਾਣ ਬਚਾ ਲਈਏ
ਹੱਥ ਮਿਲਾ ਜਾ ਮੈਨੂੰ ਅਰਸ਼ਾਂ ਵੱਲ ਵੇਖ ਜਰਾ ਪੂਰਾ ਵੇਟ ਕਰਦੀਆਂ ਤੈਨੂੰ ਗੱਲ ਛੱਡ ਕੇ ਜੀਵਨ ਦੀ ਆ ਜਾ ਗਈਏ ਮੌਤ ਤਰੰਨਾ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹੇ ਨਾ ਖਾਨਾ ਲਾਗੇ ਅੱਲਾ ਦੇ ਤਗਮਾ ਦਮ ਕਰ ਆਈ ਸ਼ੇਰਾ ਸਿਰ ਤੇਰਾ ਲਾਉਣ ਲਈ ਚੱਕਰ ਚਮਕ ਰਿਹਾ ਏ ਮੇਰਾ ਉਹ ਦੁਨੀਆ ਦੇ ਵੇਖਦਿਆਂ ਮੋਢਾ ਲਾ ਦਿਆਂਗੇ ਪਹਿਲਵਾਨਾ ਦੁਨੀਆ ਦੇ ਵੇਖਦਿਆਂ ਮੋਢਾ ਲਾ ਦਿਆਂਗਾ ਪਹਿਲਵਾਨਾ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹੇ ਨਾ ਖਾਨਾ ਉਮਤ ਅੱਲਾ ਦੀ ਤੂੰ ਉਮਤ ਅੱਲਾ ਦੀ ਮੈਂ ਹਾਂ ਕਲਗੀ ਦਰਦਾ ਜਾਇਆ ਆਰੀ ਜਾਲਾ ਲਈਏ ਮੌਕਾ ਹੱਥ ਸਬੱਬੀ ਆਇਆ ਉਹ ਸਮਾਂ ਤਾਂ ਡਰਦਾ ਨਹੀਂ ਹੁੰਦਾ ਜੋ ਅਸਲੀ ਪਰਵਾਨਾ ਹੁੰਦਾ ਜੋ ਅਸਲੀ ਪਰਵਾਨਾ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹੇ ਨਾ ਖਾਨਾ ਜਾਨ ਬਚਾ ਲਈਏ ਦੁਨੀਆ ਕੋਲ ਦੋਹਾਂ ਦਾ ਵੇਖੇ ਗੱਲ ਮੰਨ ਲੈ ਜੋਗੀ ਦੀ ਲਾਈਏ ਜਿਸਮ ਵਤਨ ਦੇ ਲੇਖੇ ਫੌਜੀ ਜਰਨੈਲ ਤੂੰ ਤੁਰਿਓ ਬੰਨ ਜਿੱਤ ਦਾ ਗਾਨਾ ਤੁਰਿਓ ਬੰਨ ਜਿੱਤ ਦਾ ਗਾਨਾ ਕਰ ਪਹਿਲਾ ਵਾਰ ਤੂੰ ਹੀ ਮਨ ਵਿੱਚ ਮਾਨ ਰਹੇ ਨਾ ਖਾਨਾ 3 ਵਾਰ ਬਈ ਕੌਮ ਦੇ ਜਰਨੈਲ ਨੇ ਰੋਕੇ ਤੇ 1 ਵਾਰ ਨਾਲ ਉਹਨੇ ਜ਼ਬਰਦਸਤ ਖਾਨ ਨੂੰ ਰਣਭੂਮੀ ਵਿੱਚ ਰੱਖ ਲਿਆ। ਗਿਆਨੀ ਚੂਟ ਸਿੰਘ ਜੀ ਬੈਠੇ ਨੇ। ਇਤਿਹਾਸ ਕਹਿੰਦਾ ਹੈ ਸਰਦਾਰ ਬਲਵੰਤ ਸਿੰਘ ਨੇ ਚੱਕਰ ਨਾਲ ਉਹਦਾ ਸਿਰ ਲਾਇਆ, ਚੱਕਰ ਨਾਲ। ਹੁਣ ਨਵੀਂ ਪੀੜ੍ਹੀ ਵਾਸਤੇ ਇਹ ਵੀ ਰਮਜ਼ ਹੈ ਵੀ ਇਹ ਕਿਹੜਾ ਸ਼ਸਤਰ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕਈ ਪਰਉਪਕਾਰਾਂ ਦਾ ਅਸੀਂ ਕਰਜ਼ਾ ਲਾ ਲਵਾਂਗੇ। ਕਿੰਨੀ ਤਰ੍ਹਾਂ ਦੇ ਸ਼ਸਤਰ ਚਲਾਉਣੇ ਉਸ ਵਕਤ ਸਿੱਖ ਨੂੰ ਚਲਾਏ। ਇਹ ਬੜਾ ਪੁਰਾਣਾ ਸ਼ਸਤਰ ਹੈ। ਤੀਰ ਤੋਂ ਬਾਅਦ ਇਹ ਦੂਜਾ ਸ਼ਸਤਰ ਹੈ ਜਿਹੜਾ ਦੂਰੋਂ ਦੁਸ਼ਮਣ ਤੇ ਵਾਰ ਕਰਦਾ ਹੈ। ਤ੍ਰੇਤੇ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਨੇ ਇਹਦੀ ਵਰਤੋਂ ਕਰਕੇ ਸ਼ਿਸ਼ਪਾਲ ਦਾ ਸਿਰ ਲਾਇਆ ਸੀ ਦੂਰੋਂ, ਜਦੋਂ ਰੁਕਮਣੀ ਨੂੰ ਭਜਾ ਕੇ ਲੈ ਗਿਆ ਸੀ। ਉਹ ਸਮਾਂ ਨਹੀਂ, ਇਹ ਬਹੁਤ ਪੁਰਾਤਨ ਕਿਸਮ ਦਾ ਸ਼ਸਤਰ ਹੈ ਜਿਹਨੂੰ ਚਲਾਉਣ ਵਾਸਤੇ ਬੜੀ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਸੀ ਤਾਂ ਕਿ ਨਿਸ਼ਾਨਾ ਸਿੱਧਾ ਧੌਣ ਤੇ ਲੱਗੇ, ਹੋਰ ਇਹ ਕਿਤੇ ਵਾਰ ਨਹੀਂ ਸੀ ਕਰਦਾ। ਸਰਦਾਰ ਬਲਵੰਤ ਸਿੰਘ ਨੇ ਉਹ ਮਾਰਿਆ ਦਾ ਸਿਰ ਲਾ ਕੇ। ਫਿਰ ਆਇਆ ਰੁਸਤਮ ਖਾਨ, ਉਹਦਾ ਤੇ ਬਲਵੰਤ ਸਿੰਘ ਦਾ ਟਾਕਰਾ ਹੋਇਆ ਔਰ ਦੋਨੋਂ ਤਲਵਾਰਾਂ ਨਾਲ ਭਿੜੇ ਨੇ ਕਿਉਂਕਿ ਉਹਨੇ ਮਿਹਣਾ ਮਾਰਿਆ ਸੀ ਕੌਮ ਦੇ ਨਿਹੰਗ ਸਿੰਘਾ, ਦੂਰੋਂ ਦੂਰੋਂ ਸ਼ਸਤਰਾਂ ਨਾਲ ਵਾਰ ਕਰਨੇ, ਚੱਕਰਾਂ ਨਾਲ ਗਲ ਲਾਉਣੇ, ਇਹ ਕੋਈ ਬਹਾਦਰੀ ਹੈ? ਤਲਵਾਰਾਂ ਨਾਲ ਭਿੜੀਏ। ਉਹਨੇ ਆਖਿਆ ਇਹ ਵੀ ਤੇਰਾ ਚਾਅ ਕਰ ਦਿੰਨੇ ਪੂਰਾ, ਔਰ ਦੋਨੋਂ ਇਕੱਠੇ ਸ਼ਹਾਦਤ ਨੂੰ ਵਰੇ ਗਏ। ਇਸ ਤੋਂ ਬਾਅਦ ਮੈਂ ਆਪਣੇ ਰਿਜ਼ਲਟ ਤੇ ਆਵਾਂ। ਬਾਬਾ ਦੀਪ ਸਿੰਘ ਜੀ ਦੇ ਟਾਕਰੇ ਤੇ ਗੱਲ ਆ ਜਾਂਦੀ ਹੈ ਜਦ ਅਨੇਕਾਂ ਯੋਧੇ ਸ਼ਹੀਦ ਹੋ ਜਾਂਦੇ। ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਰਦਾਰ ਜਸਬੀਰ ਸਿੰਘ ਜੀ ਪਹੁੰਚੇ ਨੇ, ਧੰਨਵਾਦ। ਔਰ ਦੋਨਾਂ ਹੀ ਧਿਰਾਂ ਵਿੱਚੋਂ ਬੇਅੰਤ ਸੂਰਮੇ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ। ਯਕੂਬ ਖਾਨ ਦੀ ਮੌਤ ਤੋਂ ਬਾਅਦ ਬਾਬੇ ਦਾ ਵਾਹ ਜਮਾਲ ਖਾਨ ਨਾਲ ਪੈਂਦਾ। ਇਹ ਜੰਗ ਇੱਕ ਪੈਂਤੜੇ ਤੇ ਨਹੀਂ ਹੁੰਦੀ, ਅਨੇਕਾਂ ਪੈਂਤੜੇ ਬਾਬੇ ਨੇ ਬਦਲੇ ਨੇ ਤੇ ਅਨੇਕਾਂ ਪੈਂਤੜੇ ਜਮਾਲ ਖਾਨ ਨੇ ਬਦਲੇ ਨੇ। ਜਦੋਂ ਤੁਸੀਂ ਅੰਮ੍ਰਿਤਸਰ ਨੂੰ ਤਰਨਤਾਰਨ ਨੂੰ ਜਾਓਗੇ ਤੁਹਾਨੂੰ ਪਤਾ ਲੱਗੇਗਾ ਕਿ ਸਿਰ ਬਾਬੇ ਦਾ ਲੱਥਾ ਕਿੱਥੇ ਸੀ। ਅੱਜ ਤਾਂ ਗਿਆਨਾਂ ਸੋ ਹੋਣੀ ਤਰਕ ਬੜਾ ਕਰਦੇ। ਔਰ ਤੁਸੀਂ ਪਹਿਲਾ ਗੁਰਦੁਆਰਾ ਸੱਜੇ ਪਾਸੇ ਆਉਂਦਾ ਟਾਹਲਾ ਸਾਹਿਬ, ਅੱਗੇ ਜਾ ਕੇ ਖੱਬੇ ਪਾਸੇ ਬਾਬਾ ਨੌਤ ਸਿੰਘ ਦਾ ਗੁਰਦੁਆਰਾ। ਬਾਬਾ ਦੀਪ ਸਿੰਘ ਤੇ ਬਾਬਾ ਨੌਤ ਸਿੰਘ ਮਾਸੀ ਦੇ ਪੁੱਤ ਭਰਾ ਨੇ। ਔਰ ਇਤਿਹਾਸਿਕ ਪਰੰਪਰਾ ਇਹ ਵੀ ਕਹਿੰਦੀ ਇਕੱਲਾ ਬਾਬਾ ਦੀਪ ਸਿੰਘ ਨਹੀਂ, ਬਾਬਾ ਨੌਤ ਸਿੰਘ ਵੀ ਸਿਰ ਤਲੀ ਤੇ ਰੱਖ ਕੇ ਲੜਿਆ, ਜਿੱਥੇ ਅੱਜ ਜਾ ਕੇ ਦੁਨੀਆ ਸੀਸ ਝੁਕਾਉਂਦੀ। ਔਰ ਉਹ ਧਰਤੀ ਜਿਹੜੀ ਕਿੰਨਾ ਕਿੰਨਾ ਚਿਰ ਦੁਸ਼ਮਣ ਦੇ ਲਹੂ ਨਾਲ ਰੰਗੀ ਰਹੀ, ਉਸ ਧਰਤੀ ਉੱਤੇ ਇਹਨਾਂ ਦੋਵਾਂ ਯੋਧਿਆਂ ਦਾ ਵਾਹ ਪਿਆ ਕਿਉਂਕਿ ਜਮਾਲ ਖਾਨ ਆਪਣੇ ਸਮੇਂ ਦਾ ਮੰਨਿਆ ਹੋਇਆ ਯੋਧਾ ਸੀ। ਇਦਾਂ ਨਹੀਂ ਸੀ ਪਤਾ ਲੱਗਦਾ ਵੀ ਕਿਹੜਾ ਕਿਹਨੂੰ ਵਾਰ ਕਰਦਾ, ਕਿਹੜਾ ਕਿਹਨੂੰ ਵਾਰ ਕਰਦਾ ਹੈ। ਉਦੋਂ ਗੱਲ ਮੁੱਕੀ ਜਦੋਂ ਦੋਵੇਂ ਜਵਾਨ ਧਰਤੀ ਤੇ ਡਿੱਗ ਪਏ। ਇਹ ਫੈਸਲਾ ਕਰਨਾ ਔਖਾ ਸੀ ਕਿ ਪਹਿਲਾਂ ਵਾਰ ਕਿੰਨੇ ਕੀਤਾ, ਇਹਦਾ ਮਤਲਬ ਬਰਾਬਰ ਦੇ ਵਾਰ ਹੋਏ। ਮੰਨਿਆ ਹੋਇਆ ਯੋਧਾ ਹੀ ਹੋਏਗਾ ਬਾਬਾ ਦੀਪ ਸਿੰਘ ਨਾਲ ਜਿਹੜਾ ਅੜ ਗਿਆ, ਲੇਕਿਨ ਫਰਕ ਕਿੱਥੇ ਹੈ ਇਹ ਹੁਣ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਇੱਕ ਹੁੰਦੀ ਕੱਲੀ ਯੁੱਧ ਵਿਦਿਆ, ਆਰਮੀ ਵਿੱਚ ਵੀ ਸਿਖਾਈ ਜਾਂਦੀ ਹੈ,
ਇੱਕ ਹੁੰਦੀ ਹੈ ਯੁੱਧ ਵਿਦਿਆ ਦੇ ਨਾਲ ਸ਼ਬਦ ਵਿਦਿਆ, ਪਰਮੇਸ਼ਰ ਦਾ ਨਾਮ ਸਿਮਰਨ। ਉਸ ਵਿਦਿਆ ਤੋਂ ਬਿਨਾ ਕੱਲੀ ਸ਼ਸਤਰ ਵਿਦਿਆ ਅਧੂਰੀ ਹੈ। ਜਦੋਂ ਸਿਰ ਲੱਥਿਆ, ਹੋਣੀ ਨੇ ਹੱਥ ਤੇ ਹੱਥ ਮਾਰ ਕੇ ਆਖਿਆ, ਬਾਬਾ ਤੈਨੂੰ ਮੈਂ ਤਰਨ ਤਾਰਨ ਆਖਿਆ ਸੀ, ਅਰਜਨ ਭੀਮ ਯੁਧਿਸ਼ਟਰ ਨਕਲ ਸਹਦੇਵ ਚੰਗੇਜ ਖਾਨ ਸਿਕੰਦਰ ਦਾਰਾ ਬਹਿਰਾਮ ਕੋ ਅੜਿਆ। ਹੁਣ ਸੁਣਾ, ਔਰ ਮੰਦਰ ਤੇ ਜੇ ਬੜੀ ਦੂਰ ਹੈ, ਰਾਹ 'ਚ ਹੀ ਡੇਰੇ ਲਾ ਕੇ ਬਹਿ ਗਏ। ਤੇ ਸੁਣ ਕੌਣ ਰਿਹਾ ਸੀ? ਜਦੋਂ ਸਿਰ ਲੱਥ ਜਾਏ, ਸੁਣਨ ਵਾਲੀ ਸ਼ਕਤੀ ਸਰਵਣ ਇਹ ਨਾਲ ਹੀ ਲਾਂਭੇ ਹੋ ਜਾਂਦੀ, ਅੱਖਾਂ ਇੱਕ ਬੰਨੇ ਹੋ ਜਾਂਦੀਆਂ, ਕਿਉਂਕਿ ਸਾਰਾ ਕੁਝ ਜੀਭ ਦਿਮਾਗ ਸਿਰ ਵਿੱਚ ਹੈ। ਕੌਣ ਸੁਣ ਰਿਹਾ ਸੀ? ਉਹ ਸ਼ਬਦ ਜਿਹਦੀ ਕਮਾਈ ਬਾਬਾ ਦੀਪ ਸਿੰਘ ਜੀ ਨੇ ਤਲਵੰਡੀ ਸਾਬੋ ਕੇ ਬਹਿ ਕੇ ਵੇਖ ਕੀਤੀ ਸੀ। ਆਖੋ ਸਤਨਾਮ। ਆਓ ਕੀ ਕਹਿ ਰਹੀ ਹੈ ਹੋਣੀ? ਚਾਰ ਲੈਣਾ ਇਉਂ ਬਣੇ ਕੀਤੀਆਂ ਜਾ ਰਹੀਆਂ। ਖੇੜ ਖੇੜ ਹੱਸ ਕੇ ਹੋਣੀਓ ਕਹਿਣ ਲੱਗੀ, ਖੇੜ ਖੇੜ ਹੱਸ ਕੇ ਹੋਣੀਓ ਕਹਿਣ ਲੱਗੀ, ਹੱਲਾ ਹਰਮੰਦਰ ਤੇਰਾ ਆਇਆ ਨਹੀਂ। ਦਮ ਦਮੇ ਦਮ ਗਜੇ ਪਿਆ ਮਾਰਦਾ ਸੈ, ਦਮ ਦਮੇ ਦਮ ਗਜੇ ਪਿਆ ਮਾਰਦਾ ਸੈ, ਬਾਬਾ ਸੀਸ ਤੂੰ ਭੇਟ ਚੜਾਇਆ ਨਹੀਂ। ਹੱਸ ਕੇ ਹੋਣੀਓ ਕਹਿਣ ਲੱਗੀ, ਖੇੜ ਖੇੜ ਹੱਸ ਕੇ ਹੋਣੀਓ ਕਹਿਣ ਲੱਗੀ, ਹੱਲਾ ਹਰਮੰਦਰ ਤੇਰਾ ਆਇਆ ਨਹੀਂ। ਦਮ ਦਮੇ ਦਮ ਗਜੇ ਪਿਆ ਮਾਰਦਾ ਸੈ, ਦਮ ਦਮੇ ਦਮ ਗਜੇ ਪਿਆ ਮਾਰਦਾ ਸੈ, ਬਾਬਾ ਸੀਸ ਤੂੰ ਭੇਟ ਚੜਾਇਆ ਨਹੀਂ। ਮੀਲ ਦੇ ਡੇਰੇ ਗੱਡ ਬੈਠਾ, ਗੱਡ ਬੈਠਾ ਪੰਜ ਮੀਲ ਦੇ ਡੇਰੇ ਗੱਡ ਬੈਠਾ, ਬਚਨ ਬੋਲਿਆ ਤੋੜ ਚੜਾਇਆ ਨਹੀਂ। ਤੁਮ ਲੱਗਿਆ ਜਿਹੜੀ ਅਰਦਾਸ ਕੀਤੀ, ਅਰਦਾਸ ਕੀਤੀ ਤੁਰਨ ਲੱਗਿਆ ਜਿਹੜੀ ਅਰਦਾਸ ਕੀਤੀ, ਬਾਬਾ ਸਿੱਖੀ ਦਾ ਜ਼ੋਰ ਵਿਖਾਇਆ ਨਹੀਂ। ਬੈਰੀਆਂ ਨੇ ਮੰਦਰ ਮੱਲਿਆਈ ਤੇਰਾ, ਬੈਰੀਆਂ ਨੇ ਮੰਦਰ ਮੱਲਿਆਈ ਦੇ ਕੇ ਸੀਸ ਆਜ਼ਾਦ ਕਰਾਇਆ ਨਹੀਂ। ਜਿਹੜੇ ਗੁਰਾਂ ਨੂੰ ਇੰਨਾ ਸਤਿਕਾਰਦਾ ਸੈ, ਜਿਹੜੇ ਗੁਰਾਂ ਨੂੰ ਇੰਨਾ ਸਤਿਕਾਰਦਾ ਸੈ, ਸੀਸ ਉਸ ਦੇ ਕੋਲ ਪਹੁੰਚਾਇਆ ਨਹੀਂ। ਸ਼ਹੀਦਾਂ ਨੂੰ ਇੰਨਾ ਸਤਿਕਾਰ ਦਾਸਾ, ਜਿਹੜੇ ਸ਼ਹੀਦਾਂ ਨੂੰ ਇੰਨਾ ਸਤਿਕਾਰ ਦਾਸਾ, ਉਹਨਾਂ ਦੇਖ ਲੈ ਤੈਨੂੰ ਬਚਾਇਆ ਨਹੀਂ। ਇਸੇ ਵਾਸਤੇ ਹੋਣੀ ਪਰਬਲ ਬਾਬਾ, ਇਸੇ ਵਾਸਤੇ ਹੋਣੀ ਪਰਬਲ ਬਾਬਾ, ਉਹਦਾ ਕਿਸੇ ਨੇ ਬਚਨ ਉਲਟਾਇਆ ਨਹੀਂ। ਇਹਨੇ ਪੂਰਖ ਪਾਏ ਪਾੜਵਾਂ ਦੇ, ਇਹਨੇ ਪੂਰਖ ਪਾਏ ਪਾੜਵਾਂ ਦੇ, ਉਹਨਾਂ ਕਿਸੇ ਨੇ ਮੁਖ ਪਵਾਇਆ ਨਹੀਂ। ਖੱਪਰ ਲਹੂ ਦਾ ਪੀ ਕੇ ਰੱਜਦੀ ਨਹੀਂ, ਖੱਪਰ ਲਹੂ ਦਾ ਪੀ ਕੇ ਰੱਜਦੀ ਨਹੀਂ, ਹਾਲੇ ਤੱਕ ਨੂੰ ਡੱਕਾ ਪਾਇਆ ਨਹੀਂ। ਵਿੱਚ ਕਿਉਂ ਡਿੱਗਦੇ ਨਿਹੰਗ ਸਿੰਘਾਂ, ਨਿਹੰਗ ਸਿੰਘਾਂ ਰਸਦੇ ਵਿੱਚ ਕਿਉਂ ਡਿੱਗਦੇ ਨਿਹੰਗ ਸਿੰਘਾਂ, ਚਾਹੀਏ ਸਿੱਖੀ ਦਾ ਰੁਤਬਾ ਘਟਾਇਆ ਨਹੀਂ। ਸ਼ੌਂਕੀ ਗੁਰਮੁਖਾਂ ਦਾ ਸੂਰਜ ਛਪਣ ਲੱਗਾ, ਛਪਣ ਲੱਗਾ, ਸ਼ੌਂਕੀ ਗੁਰਮੁਖਾਂ ਦਾ ਸੂਰਜ ਛਪਣ ਲੱਗਾ, ਹਾਲਾ ਜੋਗੀਆਂ ਦਾ ਡੇਰਾ ਆਇਆ ਨਹੀਂ। ਸੁਣ ਕੇ ਆਵਾਜ਼ ਬਾਬਾ ਦੀਪ ਸਿੰਘ ਨੇ ਸੱਜੇ ਹੱਥ ਖੰਡਾ ਤੇ ਖੱਬੇ ਹੱਥ ਲੱਥਿਆ ਹੋਇਆ ਸੀਸ ਆਪਣੀ ਤਲੀ ਤੇ ਰੱਖ ਲਿਆ। ਇੰਨਾ ਕੀ ਫਰਕ ਹੈ? ਜਮਾਲ ਖਾਨ ਦੀ ਰੂਹ ਹੋਰ ਉਡਾਰੀ ਮਾਰ ਗਿਆ, ਜਰਾ ਕ ਤੜਫਿਆ ਤੇ ਠੰਡਾ ਹੋ ਗਿਆ, ਲਾਸ਼ ਬਣ ਗਈ। ਲੇਕਿਨ ਗੁਰੂ ਕੇ ਸ਼ਬਦ ਦੀ ਕਮਾਈ ਕਰਨ ਵਾਲਾ ਉਹ ਫਿਰ ਤੇ ਖੰਡਾ ਫੜ ਕੇ ਉੱਠ ਪਿਆ ਔਰ ਸੀਸ ਤਲੀ ਤੇ ਟਿਕਾ ਕੇ, ਕਿਉਂਕਿ ਪ੍ਰਣ ਕੀਤਾ ਸੀ, हे ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਕੋਈ ਤੇਰੇ ਦਰਬਾਰ ਵਿੱਚ ਸੋਨਾ ਲੈ ਕੇ ਆਵੇਗਾ, ਕੋਈ ਤੇਰੇ ਦਰਬਾਰ ਵਿੱਚ ਚਾਂਦੀ ਅਰਪਣ ਕਰੇਗਾ, ਕੋਈ ਤੇਰੇ ਦਰਬਾਰ ਵਿੱਚ ਕੋਈ ਕੀਮਤੀ ਚੰਦੋਆ ਭੇਟ ਕਰੇਗਾ,
ਲੇਕਿਨ ਬਾਬਾ ਦੀਪ ਸਿੰਘ ਇਹ ਆਪਣਾ ਸੀਸ ਤੇਰੇ ਚਰਨਾਂ ਤੇ ਭੇਟ ਚੜਾ ਕੇ ਤੇਰੀ ਖੁਸ਼ੀ ਪ੍ਰਾਪਤ ਕਰੇਗਾ। ਖੱਬੇ ਹੱਥ ਤੇ ਰੱਖ ਕੇ ਸੀਸ, ਸੱਜੇ ਹੱਥ 18 ਸ਼ੇਰ ਦਾ ਖੰਡਾ ਫੜਦਾ ਦੁਨੀਆ ਦੇ ਇਤਿਹਾਸ ਨੂੰ ਹੈਰਾਨ ਕਰਦਾ। ਕੌਮ ਦਾ ਸਰਲਤ ਯੋਧਾ ਬਾਬਾ ਦੀਪ ਸਿੰਘ ਜਿਵੇਂ ਪਕਰਮਾ ਤੱਕ ਪਹੁੰਚ ਗਿਆ, ਇਉਂ ਬੇਨਤੀ ਕੀਤੀ ਜਾ ਰਹੀ। ਸੁਣੀ ਗੱਲ ਸੀਸ ਤਲੀ ਤੇ ਟਕਾ ਲਿਆ, ਸੂਰਮੇ ਜਵਾਨ ਨੇ ਟਿੱਡੀ ਦਾ ਲਜਾਲ ਮਾਂ ਦੇ ਅੱਗੇ ਲਾ ਲਿਆ, ਖਾਲਸੇ ਦੀ ਸ਼ਾਨ ਨੇ। ਸੋਧਿਆ ਪਠਾਣਾ ਤਾਈ ਘੇਰ ਘੇਰ ਜੀ, ਖੱਬੀ ਖਾਨ ਜੋ ਬੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਸੁਣੀ ਗੱਲ ਸੀਸ ਤਲੀ ਤੇ ਟਕਾ ਲਿਆ, ਸੂਰਮੇ ਜਵਾਨ ਨੇ ਟਿੱਡੀ ਦਾ ਲਜਾਲ ਮਾਂ ਦੇ ਅੱਗੇ ਲਾ ਲਿਆ, ਖਾਲਸੇ ਦੀ ਸ਼ਾਨ ਨੇ। ਉਹ ਸੋਧਿਆ ਪਠਾਣਾ ਤਾਈ ਘੇਰ ਘੇਰ ਜੀ, ਖੱਬੀ ਖਾਨ ਜੋ ਬੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਮੈਰੀਆਂ ਦੇ ਬਾਦੀ ਮੱਜੀ ਤਣ ਦਲ ਜੀ, ਬੇਸ਼ ਨਾ ਪੁਜਾਵਦੀ ਜ਼ਿੰਦਗੀ ਨੂੰ ਮੌਤ ਦੇ ਪੈਗਾਮ ਕੱਲਦੀ, ਹੋਣੀ ਗੀਤ ਗਾਵਦੀ। ਉਹ ਗਾਟਿਆਂ ਨੂੰ ਲਾਉਂਦਾ ਖੰਡਾ 18 ਸ਼ੇਰ ਜੀ, ਕਿਹੜਾ ਸਾਹਮਣੇ ਆਲੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਤੇ ਖਾਲਸੇ ਨੇ ਮਾਰੀਆਂ ਹੱਦੋਂ ਵੱਧ, ਤੇ ਖਾਲਸੇ ਨੇ ਮਾਰੀਆਂ ਛੱਡੀ ਨਾ ਅਖੀਲ ਜੀ, ਖੂਨ ਦੀਆਂ ਸਾਗਰਾਂ ਚ ਲਾਵੇ ਤਾਰੀਆਂ ਮੈਰੀ ਦਾ ਸਰੀਰ ਜੀ। ਉਹ ਮੌਤ ਦਾ ਹਨੇਰ ਮੱਚਿਆ ਚੁਫੇਰ ਜੀ, ਜੋ ਸਿੰਘਾਂ ਨੂੰ ਚੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਜੇ ਜਾਂਦੇ ਵਾਰੀ ਰੋਕਿਆ ਨਾ ਰੋਕਦੇ, ਕਹਿੰਦੇ ਆਈਆਂ ਸ਼ਾਮ ਤਾਂ ਜ਼ਿੰਦਗੀ ਦੇ ਲੇਖੇ ਸੀ ਭਲਾ ਚ ਮੁੱਕ ਗਏ, ਅੱਲਾ ਕੀ ਕਿਆਮਤਾਂ। ਉਹ ਸ਼ੇਰਾਂ ਮੂਹਰੇ ਸਕੇ ਨਾ ਗਿੱਦੜ ਵੇਰ ਜੀ, ਜਾ ਕੇ ਝੱਲਾ ਚ ਵੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਦੀਆਂ ਤਾਰਾਂ ਵਿੱਚੋਂ ਅੱਗ ਮੱਚਦੀ, ਤੇਗਾਂ ਦੀਆਂ ਤਾਰਾਂ ਵਿੱਚੋਂ ਅੱਗ ਮੱਚਦੀ, ਸੀਖ ਪਾਈਆਂ ਟੋਲੀਆਂ ਖੋਬਰੀ ਦਾ ਕਾਸਾ ਲੈ ਕੇ ਮੌਤ ਨੱਚਦੀ, ਤਾਲ ਪਾਵੇ ਬੋਲੀਆਂ। ਉਹ ਕਹਿਰ ਦਾ ਤੂਫਾਨ ਕਰੀ ਜਾਂਦਾ ਢੇਰ ਜੀ, ਉਹ ਸੁੱਟੇ ਸੂਰਮੇ ਲੜੇ, ਉਹ ਸੁੱਟੇ ਸੂਰਮੇ ਲੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਸ਼ਿੰਗਾਰੇ ਪੁੱਤ ਪਲ ਮੱਖਣੀ, ਛੱਡ ਕੇ ਜਹਾਨ ਨੂੰ, ਉਹ ਛੱਡ ਕੇ ਜਹਾਨ ਨੂੰ, ਯੋਧੇ ਦਾ ਫਰਜ਼ ਹੁੰਦਾ ਲਾਜ ਰੱਖਣੀ, ਦਾਦੇ ਲਾ ਕੇ ਜਾਨ ਨੂੰ। ਉਹ ਕਾਦਾ ਪਰਵਾਨਾ ਜਿਹੜਾ ਕਰੇ ਦੇਰ ਜੀ, ਕਾਦਾ ਪਰਵਾਨਾ ਜਿਹੜਾ ਕਰੇ ਦੇਰ ਜੀ, ਉੱਤੇ ਲੋਟ ਨਾ ਸੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਪੀਣ ਨੇ ਜਸੀਂ ਦੇ ਵੱਲੀ ਲੰਘ ਗਏ, ਸੀਨਿਆਂ ਨੂੰ ਪਾਰ ਗਏ, ਕਹਿਰੀ ਨਾਗ ਮੌਤ ਦੇ ਜ਼ਰੀਲੇ ਡੰਗ ਗਏ, ਜਿੰਦ ਸੂਲੀ ਚਾੜ ਗਏ। ਉਹ ਖਾਲਸੇ ਨੇ ਰੱਖੀ ਨਾ ਕੋਈ ਮੇਰ ਤੇਰ ਜੀ, ਜਿਹੜਾ ੜੇ ਸੋ ਚੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਲੋਲੇ ਆਉਂਦੀ ਬਾਬਾ ਜੀ ਦੇ ਖੰਡੇ ਨੇ, ਸਾਵੇਂ ਨਾ ਗੁਝੇਲਦਾ ਰੁੱਖਾਂ ਵਾਂਗੂ ਅੰਗ ਵਹਿਰੀਆਂ ਦੇ ਛੰਡੇ ਨੇ, ਹੋਇਆ ਰੂਪ ਗੈਰਦਾ। ਫੌਜਾਂ ਦੀ ਝਪਟ ਚੱਲੇ ਨਾ ਬਟੇਰ ਜੀ, ਵੇਖ ਖੇਬ ਨਾ ਖੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਜਿਹੜਾ ਕੋਲ ਨਾ ਜ਼ਬਾਨੋਂ ਹਾਰਿਆ, ਹੋਣੀ ਨੂੰ ਵੰਗਾਰ ਕੇ ਗੁਰਾਂ ਦੇ ਪਿਆਰ ਉੱਤੋਂ ਸੀਸ ਵਾਰਿਆ, ਹਿਰਦੇ ਬਲ ਧਾਰ ਕੇ। ਸੂਰਮੇ ਜਹਾਨ ਆਉਂਦੇ ਇੱਕੋ ਵੇਰ ਜੀ, ਮੂਜੀ ਜੰਮਦੇ ਬੜੇ, ਮੂਜੀ ਜੰਮਦੇ ਬੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਜਿਵੇਂ ਤੁਰਤ ਛੱਡ ਕੇ ਮੈਦਾਨ ਜੀ, ਵੇਦੇ ਨਾ ਦੁਬਾਰਾ ਸੀ, ਖਾਲਸੇ ਨੇ ਸਿੱਖੀ ਦਾ ਨਿਸ਼ਾਨ ਗੱਡ ਕੇ ਛੱਡਿਆ ਜਕਾਰਾ ਜੀ। ਉਹ ਹੁੰਦੀ ਭਾਗੋ ਵਾਲੀਆ ਗੁਰਾਂ ਦੀ ਮਿਹਰ ਜੀ, ਹੁੰਦੀ ਭਾਗੋ ਵਾਲੀਆ ਗੁਰਾਂ ਦੀ ਮਿਹਰ ਜੀ, ਜਿਹੜਾ ਬਾਣੀ ਨੂੰ ਪੜਿਆ, ਜਿਹੜਾ ਬਾਣੀ ਨੂੰ ਪੜੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜੀ, ਬਿਨਾਂ ਸੀਸ ਤੋਂ ਲੜੇ। ਇਹ ਹੈ ਸਾਡੀ ਕਵੀਸ਼ਰੀ ਦਾ ਬੇਡੋੜ ਸ਼ਾਨ। ਵੀਰ ਸਾਹਮਣੇ ਬੈਠੇ ਆ ਮੇਰੀ ਕੌਮ ਦੇ ਮਹਾਨ ਕਵੀਸ਼ਰ, ਔਰ ਆਂਦਰਾਂ ਨੂੰ ਖਿੱਚ ਪਾਉਂਦਾ ਹੈ। ਜਵਾਨਾਂ ਦਾ ਜ਼ੋਰ ਲੱਗ ਜਾਂਦਾ ਜਿਵੇਂ ਰਣ ਤੱਤੇ ਵਿੱਚ ਯੋਧੇ ਲੜ ਰਹੇ ਹੁੰਦੇ। ਕਿਸੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਗਿਰੇ ਆਸਮਾਨ ਨੀਚੇ
जमीन उल्टी पलट जाए, समंदर अपनी हस्ती को लेके कूजा में सिमट जाए, मुल्क बदले जमीन बदले आसमां बदले, लेकिन मुमकिन नहीं एक गुरसिख की जुबान बदले। एक वो है जो बातों से ही आसमां गिरा देते हैं, लेकिन मर्द वो हैं जो कहते हैं वो करके दिखला देते हैं। और इस करामात नू दुनिया वेंदी रह गई। जबरदस्त खान वर्गे तुर गए। जहान खान ਉਹਦੇ ਸਿਪਾਹੀ ਭੱਜਦੇ ਹੋਏ ਕਹਿਣ ਲੱਗੇ, ਚੀਫ ਕਮਾਂਡਰ ਸਾਹਿਬ, ਜਿਉਂਦਿਆਂ ਨੂੰ ਰਨ ਤੱਤੇ ਵਿੱਚ ਮਾਰਿਆ ਜਾ ਸਕਦਾ ਹੈ, ਪਰ ਜਿਹੜੇ ਮਰ ਕੇ ਉੱਠ ਕੇ ਫੇਰ ਲੜਨ ਲੱਗ ਪੈਣ ਉਹਨਾਂ ਦਾ ਕੀ ਇਲਾਜ ਹੋ ਸਕਦਾ ਹੈ। ਔਰ ਪਕਰਮਾਂ ਵਿੱਚ ਜਾ ਕੇ ਸੀਸ ਪੇਟ ਕਰਕੇ ਬਾਬੇ ਨੇ ਆਪਣਾ ਪ੍ਰਣ ਪੂਰਾ ਕੀਤਾ। ਇਹ ਗੱਲ 1757 ਦੀ ਹੈ। ਇਸ ਤੋਂ 5 ਸਾਲ ਬਾਅਦ 62 ਵਿੱਚ ਇਸ ਤੋਂ ਵੀ ਵੱਡਾ ਅਟੈਕ ਹੁੰਦਾ ਹੈ। ਉਸ ਤੋਂ 222 ਸਾਲ ਬਾਅਦ फिर शांति रहिंदी है। फिर जाके 1947 तो बाद 84 ਦੇ ਵਿੱਚ ਅਟੈਕ ਹੁੰਦਾ ਹੈ। ਔਰ ਇੱਕ ਵਾਰ ਨਹੀਂ ਕਈ ਵਾਰੀ ਸਰਕਾਰਾਂ ਨੇ ਇਸ ਸਿੱਖੀ ਦੇ ਸੋਮੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਹਰ ਵਾਰੀ ਗੁਰੂ ਕੇ ਸਿੱਖਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਇਹਦੀ ਰੱਖਿਆ ਕੀਤੀ। ਔਰ 84 ਵਿੱਚ ਵੀ ਭਾਈ ਅਮਰੀਕ ਸਿੰਘ 3 ਜੂਨ ਨੂੰ ਜਦ ਮੌਤ ਵਰ ਰਹੀ ਸੀ 4 ਸਫੇਰੇ, तो अपनी घरवाली नूं कहंदा, बच्चों का ख्याल रखें, इन्हां नूं पढ़ावें, शहादतां दा समा आ गया। संत जरनैल सिंह जी नूं गुरतेज सिंह पुछदा है, बाबा जी जे समा बनिया ते सिर कित्थे दिओगे? अटल बाबा अटल जी लागे जाके जां होर किते? तो बाबा जरनैल सिंह जी हस के कहंदे, इन्नी दूर किन्ने जान देना है? अज जिथे जे मीरी पीरी दे निशान है, जे इत्थे गुरु सेवा प्रवान कर ले तो होर की चाहिदा है। इस तो पता लगदा है उन्हां दे अंदर इस दरबार साहिब जी दी अजमत दी राखी करन वास्ते मरण दा चाओ किन्ना सी। आओ हुण अगला जिहड़ा समा है वो ज्ञानी हरबंस सिंह साहब जी उन्हां तो श्रवण करिए। साडा समा समाप्त है। सारी गुरु की संगत दा धन्नवाद है। गुरु ग्रंथ साहिब महाराज जी दा मैनेजमेंट कमेटी दा सरदार मनजीत सिंह जी धामी साहिब, सरदार जसबीर सिंह जी सकत्तर साहिब और प्रधान साहिब जी, जिन्ने दिन होर लाइव चल रहा है, जिन्ने दिन हुक्म है तुहाडी सेवा करांगे। बीबी बलजीत कौर जी MA वो भी आप पहुंचे ने, और मेरी कौम के महान कीर्तनीय ज्ञानी स्वर्ण सिंह जी मिठा टवाणा, और महान कथावाचक ज्ञानी जसपाल सिंह जी जलंधर वाले, ज्ञानी दिलबाग सिंह जी सरबत बुलारे भी तुहाडी सेवा कर रहे हैं। असीसां दिओ जिन्ना चिर इस शरीर विच दम धड़कदा है, तुहाडी सेवा करते रहिए। वाहिगुरू जी का खालसा, वाहिगुरू जी की फतेह।